ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਤੁਹਾਡੀ ਬੁੱਕ ਦਾ ਸਭ ਤੋਂ ਲਾਸਟ ਚੈਪਟਰ ਲੈਸਨ 9 ਇੱਕ ਪੋਇਮ ਹੈ। ਓਕੇ, ਤੇ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਨਾ ਆਪਾਂ ਪਹਿਲਾਂ ਕੀ ਕਰਨਾ ਹੈ? ਯੈਸ, ਹਮੇਸ਼ਾ ਦੀ ਤਰ੍ਹਾਂ ਚੈਪਟਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਕੁਐਸਚਨਸ ਪੁੱਛਾਂਗਾ। ਓਕੇ, ਸੋ ਮੇਰਾ ਫਰਸਟ ਕੁਐਸਚਨ ਹੈ, ਡੂ ਯੂ ਲਾਈਕ ਰੀਡਿੰਗ ਬੁੱਕਸ? ਕੀ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪਸੰਦ ਹਨ? ਤੁਸੀਂ ਕੀ ਜਵਾਬ ਦੋਗੇ? ਨੋ, ਨਹੀਂ, ਫਿਰ ਤਾਂ ਅੱਛੇ ਬੱਚੇ ਨਹੀਂ ਹੋਵਾਂਗੇ, ਹੈ ਨਾ? ਅੱਛੇ ਬੱਚਿਆਂ ਨੂੰ ਤਾਂ ਕਿਤਾਬਾਂ ਪੜ੍ਹਨੀਆਂ ਪਸੰਦ ਹੁੰਦੀਆਂ। ਓਕੇ, ਤੁਸੀਂ ਕਹੋਗੇ ਯੈਸ ਆਈ ਲਾਈਕ ਰੀਡਿੰਗ ਬੁੱਕਸ। ਨੈਕਸਟ, ਵਿਚ ਬੁੱਕ ਹੈਵ ਯੂ ਰੈਡ ਰੀਸੈਂਟਲੀ? ਹੁਣ ਤੁਸੀਂ ਕਹੋਗੇ ਸਰ ਰੀਡ ਲਿਖਿਆ, ਤੁਸੀਂ ਰੈਡ ਕਿਉਂ ਪੜਿਆ? ਇਹਨੂੰ ਅਸੀਂ ਰੈਡ ਪੜਾਂਗੇ ਕਿਉਂਕਿ ਇਹ ਥਰਡ ਫਾਰਮ ਹੈ। ਹੁਣ ਤੁਸੀਂ ਕਹੋਗੇ ਸਰ ਥਰਡ, ਇਹ ਤਾਂ READ ਲਿਖਿਆ, ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਇਹ ਫਰਸਟ ਹੈ, ਸੈਕਿੰਡ ਹੈ ਕਿ ਥਰਡ ਹੈ? ਵੈਰੀ ਗੁੱਡ ਕੁਐਸਚਨ। ਇਹ ਤੁਹਾਨੂੰ ਪਤਾ ਇਹਦੀ ਸੈਕਿੰਡ ਫਾਰਮ ਵੀ READ ਤੇ ਥਰਡ ਫਾਰਮ ਵੀ READ, ਸਪੈਲਿੰਗ ਸੇਮ। ਅੱਛਾ ਸਰ ਜੀ, ਫਿਰ ਸਾਨੂੰ ਕਿੱਦਾਂ ਪਤਾ ਚੱਲੇਗਾ ਇਹ ਕਿਹੜਾ ਵਾਲਾ READ ਹੈ, ਫਰਸਟ ਫਾਰਮ ਵਾਲਾ, ਸੈਕਿੰਡ ਵਾਲਾ ਕਿ ਥਰਡ ਵਾਲਾ? ਇਸੇ ਕਰਕੇ ਆਪਾਂ ਫਰਸਟ ਫਾਰਮ ਵਾਲੇ ਨੂੰ ਪੜਾਂਗੇ ਰੀਡ, ਸੈਕਿੰਡ ਫਾਰਮ ਵਾਲੇ ਨੂੰ ਪੜਾਂਗੇ ਰੈਡ ਤੇ ਥਰਡ ਫਾਰਮ ਵਾਲੇ ਨੂੰ ਕੀ ਪੜਾਂਗੇ? ਰੈਡ। ਓਕੇ, ਇੱਕ ਹੋਰ ਕਨਫਿਊਜ਼ਨ ਆ ਗਈ, ਸਰ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਇਹ ਰੈਡ ਸੈਕਿੰਡ ਫਾਰਮ ਹੈ ਕਿ ਰੈਡ ਥਰਡ ਫਾਰਮ ਹੈ? ਓਕੇ, ਜਿਹਦੇ ਨਾਲ ਹੈਜ਼, ਹੈਵ, ਹੈਡ ਲੱਗਿਆ ਹੋਏਗਾ ਉਹ ਥਰਡ ਫਾਰਮ ਹੋਏਗੀ, ਜਿਹਦੇ ਨਾਲ ਹੈਜ਼, ਹੈਵ, ਹੈਡ ਨਹੀਂ ਲੱਗਿਆ ਹੋਏਗਾ ਉਹ ਸੈਕਿੰਡ ਫਾਰਮ ਹੋਏਗੀ। ਓਕੇ, ਸੋ ਮੇਰਾ ਸੈਕਿੰਡ ਕੁਐਸਚਨ ਹੈ, which book have you read recently? ਤੁਸੀਂ ਕਿਹੜੀ ਕਿਤਾਬ ਹੁਣੇ ਪੜ੍ਹ ਚੁੱਕੇ ਹੋ? ਤੁਸੀਂ ਕਹੋਗੇ I have read recently ਹੁੰਦਾ ਹੁਣ ਤੋਂ ਪਹਿਲਾਂ ਯਾਨੀ ਪਿੱਛੇ ਜੇ। ਸੋ ਜਵਾਬ ਕੀ ਦੋਗੇ? I have read recently a story book. My last question, what did you like in the book? ਤਾਂ ਤੁਹਾਨੂੰ ਉਸ ਕਿਤਾਬ ਵਿੱਚ ਚੰਗਾ ਕੀ ਲੱਗਿਆ? ਹੁਣ ਜਿਹੜੀ ਸਟੋਰੀ ਉਸ ਵਿੱਚ ਚੰਗੀ ਲੱਗੀ ਹੋਵੇ ਤੁਸੀਂ ਦੱਸ ਸਕਦੇ ਹੋ। ਤੁਸੀਂ ਅਤੇ ਕਹਿ ਸਕਦੇ ਹੋ I liked the story, the tailor and the elephant. ਓਕੇ ਜੀ, ਹੁਣ ਤੱਕ ਤੁਹਾਨੂੰ ਸਮਝ ਆ ਹੀ ਗਈ ਹੋਏਗੀ ਕਿ ਮੈਂ ਸਾਰਾ ਕੁਝ ਬੁੱਕਸ ਬਾਰੇ ਪੁੱਛ ਰਿਹਾ। ਸੋ ਸਾਡੇ ਚੈਪਟਰ ਦਾ ਨਾਮ ਵੀ ਕੀ ਹੈ? ਐਡਵੈਂਚਰ ਵਿਦ ਬੁੱਕਸ। ਓਕੇ, ਇਸ ਤੋਂ ਪਹਿਲਾਂ ਕਿ ਅਸੀਂ ਪੋਇਮ ਪੜ੍ਹਨੀ ਸ਼ੁਰੂ ਕਰੀਏ, ਆਓ ਕੁਝ ਨਿਊ ਵਰਡਸ ਆਪਾਂ ਸਿੱਖਦੇ ਹਾਂ ਤਾਂ ਕਿ ਸਾਨੂੰ ਪੋਇਮ ਪੜ੍ਹਨ ਵਿੱਚ ਦਿੱਕਤ ਨਾ ਆਏ। ਓਕੇ, ਪਹਿਲਾ ਵਰਡ ਹੈ ਕੈਪਟਨ। ਕੈਪਟਨ ਕੌਣ ਹੁੰਦਾ ਹੈ? ਕਪਤਾਨ, ਟੀਮ ਦਾ ਮੁਖੀ, ਟੀਮ ਦਾ ਹੈਡ। ਓਕੇ, ਨੈਕਸਟ ਹੈ ਇੰਜੀਨੀਅਰ। ਤੁਹਾਨੂੰ ਪਤਾ ਇੰਜੀਨੀਅਰ ਕੌਣ ਹੁੰਦੇ ਨੇ? ਇੰਜੀਨੀਅਰ ਉਹ ਹੁੰਦੇ ਨੇ ਜੋ ਹਰ ਫੀਲਡ ਦੇ ਵਿੱਚ ਨਵੇਂ ਕੰਮ ਕਰਨ, ਨਵਾਂ ਦਿਮਾਗ ਲਗਾਉਣ। ਜਿੱਦਾਂ ਮੰਨ ਲਓ ਕੋਈ ਮਸ਼ੀਨਸ ਦਾ ਇੰਜੀਨੀਅਰ ਹੈ ਤੇ ਉਹ ਨਵੀਆਂ ਮਸ਼ੀਨਸ ਬਣਾਏਗਾ, ਨਵੇਂ ਮਸ਼ੀਨਸ ਦੇ ਡਿਜ਼ਾਈਨ ਤਿਆਰ ਕਰੇਗਾ। ਜੇ ਕੋਈ ਕੰਸਟਰਕਸ਼ਨ ਲਾਈਨ ਵਿੱਚ ਇੰਜੀਨੀਅਰ ਹੈ ਤਾਂ ਉਹ ਨਵੇਂ ਹਾਊਸ ਦੇ ਡਿਜ਼ਾਈਨਸ ਤਿਆਰ ਕਰੇਗਾ। ਓਕੇ, ਸੋ ਉਹਨੂੰ ਆਪਾਂ ਕਹਾਂਗੇ ਇੰਜੀਨੀਅਰ। ਪਰ ਇੰਜੀਨੀਅਰ ਤੇ ਮਕੈਨਿਕ ਵਿੱਚ ਫਰਕ ਹੁੰਦਾ। ਜਿੱਥੇ ਇੰਜੀਨੀਅਰ ਨਵੀਆਂ ਚੀਜ਼ਾਂ ਤਿਆਰ ਕਰ ਸਕਦਾ ਹੈ, ਉੱਥੇ ਮਕੈਨਿਕ ਜੋ ਸਿੱਖਿਆ ਹੁੰਦਾ ਹੈ ਬਸ ਉਹ ਓਨੇ ਜੋਗਾ ਹੀ ਹੁੰਦਾ ਹੈ, ਉਸ ਤੋਂ ਅੱਗੇ ਉਹਦੀ ਗਰੋਥ ਨਹੀਂ ਹੁੰਦੀ। ਪਰ ਇੰਜੀਨੀਅਰ ਕੁਝ ਵੀ ਨਵਾਂ ਬਣਾ ਸਕਦਾ ਹੈ। ਨੈਕਸਟ ਐਲਵਸ। ਐਲਵਸ ਹੁੰਦੇ ਨੇ ਬੋਣੇ, ਛੋਟੇ ਵਿਅਕਤੀ ਜਿਨ੍ਹਾਂ ਦਾ ਕੱਦ ਛੋਟਾ ਹੋਵੇ। ਜੰਗਲ, ਜਿੱਥੇ ਬਹੁਤ ਸਾਰੇ ਪੇੜ ਪੌਦੇ ਹੋਣ ਤੇ ਜੰਗਲੀ ਜਾਨਵਰ ਨਿਵਾਸ ਕਰਦੇ ਹੋਣ, ਉਸ ਜਗ੍ਹਾ ਨੂੰ ਆਪਾਂ ਕਹਾਂਗੇ ਜੰਗਲ। ਨੈਕਸਟ ਹੈ ਫੈਰੀਜ਼। ਫੈਰੀਜ਼ ਹੁੰਦੀਆਂ ਨੇ ਪਰੀਆਂ। ਕਾਊਬॉयਜ਼। ਕਾਊਬॉयਜ਼ ਕਿਹੜੇ ਹੁੰਦੇ ਨੇ? ਜੋ ਪਸ਼ੂ ਰੱਖਦੇ ਨੇ, ਜਿੱਦਾਂ ਗਾਵਾਂ, ਮੱਝਾਂ। ਠੀਕ। ਡੈਜ਼ਰਟ। ਡੈਜ਼ਰਟ ਹੁੰਦੇ ਆ ਰੇਗਿਸਤਾਨ, ਜਿੱਥੇ ਰੇਤ ਹੀ ਰੇਤ ਹੋਵੇ। ਬੀਸਟਸ। ਬੀਸਟਸ ਹੁੰਦੇ ਨੇ ਜਾਨਵਰ, ਦੈਂਤ, ਰਾਖਸ਼ਸ। ਠੀਕ ਹੈ, ਚਲੋ ਜੀ ਆਪਾਂ ਪੋਇਮ ਸ਼ੁਰੂ ਕਰਦੇ ਹਾਂ। ਓਕੇ, ਆਪਾਂ ਇਦਾਂ ਕਰਦੇ ਹਾਂ, ਆਪਾਂ ਪੋਇਮ ਬੋਲਣ ਦਾ ਬੈਸਟ ਵੇ ਅਪਣਾਉਂਦੇ ਹਾਂ। ਪਤਾ ਕਿਹੜਾ? ਗਾ ਕੇ। ਸ਼ਾਬਾਸ਼, ਚਲੋ ਮੇਰੇ ਨਾਲ ਗਾਓਗੇ? ਰੈਡੀ? 1 2 3। Books are ships that sail on the seas to lands of snow or jungle trees, and I am the captain, bold and free, who will decide which place we'll see. Come, let us sail the magic ship, magic ship, magic ship. ਓਕੇ, ਆਪਾਂ ਨਾਲ ਇਹਦੇ ਮੀਨਿੰਗ ਵੀ ਜਾਣਦੇ ਹਾਂ। ਓਕੇ, ਸੋ ਇਸ ਪਹਿਲੇ ਸਟੈਂਜ਼ੇ ਵਿੱਚ ਪੋਇਟ ਕਹਿ ਰਿਹਾ ਹੈ ਕਿ ਜਿਹੜੀਆਂ ਬੁੱਕਸ ਹਨ ਨਾ ਉਹ ਜਹਾਜ਼ ਹਨ।
ਪਰ ਉੱਡਣ ਵਾਲੇ ਨਹੀਂ, ਪਾਣੀ ਵਾਲੇ। ਓਕੇ, ਸ਼ਿਪਸ ਕਿਹੜੇ ਹੁੰਦੇ ਨੇ? ਪਾਣੀ ਵਾਲੇ ਜਹਾਜ਼। ਅੱਛਾ, ਪਾਣੀ ਵਾਲੇ ਜਹਾਜ਼ ਹਨ। ਫਿਰ ਇਹ ਕਰਦੇ ਕੀ ਹਨ? that sail on the seas, seas ਹੁੰਦੇ ਆ ਸਮੁੰਦਰ। ਓਕੇ, ਇਹ ਪਾਣੀ ਵਾਲੇ ਜਹਾਜ਼ ਸਮੁੰਦਰਾਂ ਵਿੱਚ ਸੇਲ ਕਰਦੇ ਹਨ, ਭਾਵ ਤਰਦੇ ਹਨ, ਸਫ਼ਰ ਕਰਦੇ ਹਨ। to lands of snow, ਕਿ ਇਹ ਇਹੋ ਜਿਹੇ ਜਹਾਜ਼ ਹਨ। ਕਿਹੜੇ ਜਹਾਜ਼? ਬੁੱਕਸ। ਓਕੇ, ਅਤੇ ਕਿਤਾਬਾਂ ਦੀ ਗੱਲ ਹੋ ਰਹੀ ਹੈ। ਸੋ ਆਪਾਂ ਇਸ ਗੱਲ ਨੂੰ ਜ਼ਰੂਰ ਦਿਮਾਗ 'ਚ ਰੱਖਣਾ ਹੈ ਕਿ ਇਹਨਾਂ ਸਾਰੀਆਂ ਲਾਈਨਾਂ ਵਿੱਚ ਕਿਤਾਬਾਂ ਦੀ ਗੱਲ ਹੋ ਰਹੀ ਹੈ। ਸੋ ਇੱਥੇ ਕਵੀ ਕੀ ਕਹਿ ਰਿਹਾ ਕਿ ਜਿਹੜੇ ਬੁੱਕਸ ਰੂਪੀ ਜਹਾਜ਼ ਹਨ ਉਹ ਸਿਰਫ ਸਮੁੰਦਰਾਂ ਵਿੱਚ ਹੀ ਨਹੀਂ ਜਾਂਦੇ, ਉਹ ਤਾਂ ਬਰਫੀਲੀਆਂ ਧਰਤੀਆਂ ਤੇ ਵੀ ਸਫ਼ਰ ਕਰਦੇ ਹਨ। ਔਰ ਜੰਗਲ ਟਰੀਜ਼, ਉਹ ਤਾਂ ਜੰਗਲਾਂ ਦੇ ਦਰਖਤਾਂ ਵਿੱਚ ਵੀ ਸਾਨੂੰ ਲੈ ਜਾਂਦੇ ਹਨ। ਐਂਡ ਆਮ ਦ ਕੈਪਟਨ ਬੋਲਡ ਐਂਡ ਫ੍ਰੀ, ਅਤੇ ਮੈਂ ਬੜਾ ਬਹਾਦਰ ਕੈਪਟਨ ਹਾਂ ਅਤੇ ਮੈਂ ਆਜ਼ਾਦ ਕੈਪਟਨ ਹਾਂ। who will decide which place we will see, ਤੇ ਮੈਂ ਹੀ ਡਿਸਾਈਡ ਕਰਾਂਗਾ ਕਿ ਅਸੀਂ ਕਿਹੜੀ ਜਗ੍ਹਾ ਹੁਣ ਦੇਖਾਂਗੇ। come let us sail the magic ship, ਆਓ ਅਸੀਂ ਹੁਣ ਸਾਰੇ ਇਸ ਜਾਦੂ ਵਾਲੀ ਸ਼ਿਪ ਨੂੰ ਸੇਲ ਕਰੀਏ, ਪਾਵੇ ਨੂੰ ਚਲਾ ਕੇ ਇਹਦੇ ਤੇ ਸਫ਼ਰ ਕਰੀਏ। ਓਕੇ, ਨੈਕਸਟ, books are trains in many lands, crossing the hills or desert sands, and I am the engineer who guides the train on its exciting rides. Come, let us ride the magic train, magic train, magic train. ਓਕੇ, ਹੁਣ ਆਪਾਂ ਇਹਦੇ ਮੀਨਿੰਗਸ ਦੇਖਦੇ ਹਾਂ। ਬੁੱਕਸ ਆਰ ਟ੍ਰੇਨਸ, ਲੋ ਜੀ ਹੁਣ ਪੋਇਟ ਕੀ ਕਹਿ ਰਿਹਾ ਕਿ ਬੁੱਕਸ ਟ੍ਰੇਨਸ ਵਾਂਗ ਵੀ ਹਨ। ਓਕੇ, ਗੱਡੀਆਂ ਵਾਂਗ ਵੀ ਹਨ। ਇਨ ਮੈਨੀ ਲੈਂਡਸ, ਤੇ ਉਹ ਗੱਡੀਆਂ ਕਿੱਥੇ ਜਾਂਦੀਆਂ ਹਨ? ਕਈ ਧਰਤੀਆਂ ਤੇ ਜਾਂਦੀਆਂ ਹਨ। ਕ੍ਰੋਸਿੰਗ ਦਾ ਹਿਲਸ, ਕਈ ਪਹਾੜੀਆਂ ਵਿੱਚੋਂ ਲੰਘਦੀਆਂ ਹਨ। ਔਰ ਡੈਜ਼ਰਟ ਸੈਂਡਸ, ਅਤੇ ਕਈ ਰੇਗਿਸਤਾਨ ਦੀਆਂ ਰੇਤ ਦੇ ਵਿੱਚੋਂ ਵੀ ਲੰਘਦੀਆਂ ਹਨ। ਐਂਡ ਆਮ ਦਾ ਇੰਜੀਨੀਅਰ, ਤੇ ਮੈਂ ਉਸ ਟ੍ਰੇਨ ਦਾ ਇੰਜੀਨੀਅਰ ਹਾਂ। who guides, ਜਿਹੜਾ ਰਾਹ ਦਿਖਾਉਂਦਾ ਹੈ। the train on its exciting rides, ਕਿਹਨੂੰ ਰਾਹ ਦਿਖਾਉਂਦਾ? ਟ੍ਰੇਨ ਨੂੰ, ਜੋ ਕਿ ਆਪਣੇ ਬਹੁਤ ਹੀ ਜੋਸ਼ ਭਰੇ ਸਫ਼ਰ ਤੇ ਨਿਕਲੀ ਹੋਈ ਹੈ। come let us ride the magic train, ਆਓ ਅਸੀਂ ਵੀ ਇਸ ਜਾਦੂ ਵਾਲੀ ਟ੍ਰੇਨ ਵਿੱਚ ਸਫ਼ਰ ਕਰੀਏ। ਓਕੇ ਜੀ, ਹੁਣ ਅੱਗੇ ਆ ਜਾਓ। books are zoos that make a home for birds and beasts not free to roam, and I'm the keeper of the zoo. I choose the things to show to you. Come, let us visit a zoo. Visit a zoo, let us visit a zoo. ਓਕੇ, ਸੋ ਇਹਦੇ ਵਿੱਚ ਕੀ ਕਹਿ ਰਿਹਾ? ਬੁੱਕਸ ਆਰ ਜ਼ੂਜ਼, ਕਿ ਬੁੱਕਸ ਜਿਹੜੀਆਂ ਹਨ ਉਹ ਚਿੜੀਆ ਘਰ ਵਾਂਗ ਹਨ। that make a home, ਕਿ ਜਿਹੜਾ ਇੱਕ ਘਰ ਬਣਾਉਂਦੀਆਂ ਹਨ। ਕਿਹਦੇ ਵਾਸਤੇ? for birds and beasts, beast ਕੀ ਹੁੰਦੇ ਨੇ? ਜਾਨਵਰ। ਸੋ ਉਹ ਘਰ ਜੋ ਪੰਛੀਆਂ ਅਤੇ ਜਾਨਵਰਾਂ ਲਈ ਬਣਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ? ਜ਼ੂ। ਓਕੇ, not free to roam, ਉਹਦੇ ਵਿੱਚ ਜਿਹੜੇ ਜਾਨਵਰ ਅਤੇ ਪੰਛੀ ਉਹ ਫ੍ਰੀ ਨਹੀਂ ਹੁੰਦੇ ਰੋਮਿੰਗ ਕਰਨ ਲਈ। ਰੋਮ ਕੀ ਹੁੰਦਾ? ਇੱਧਰ ਉੱਧਰ ਫਿਰਨ ਲਈ। ਓਕੇ, ਸੋ ਉਹ ਪਿੰਜਰੇ 'ਚ ਬੰਦ ਹੁੰਦੇ ਹਨ, ਉਹ ਭੱਜ ਕੇ ਬਾਹਰ ਇੱਧਰ ਉੱਧਰ ਸੜਕਾਂ ਤੇ ਰੋਮ ਨਹੀਂ ਕਰ ਸਕਦੇ, ਘੁੰਮ ਨਹੀਂ ਸਕਦੇ। ਐਂਡ ਆਮ ਦ ਕੀਪਰ ਆਫ ਦ ਜ਼ੂ, ਅਤੇ ਮੈਂ ਇਸ ਜ਼ੂ ਯਾਨੀ ਚਿੜੀਆ ਘਰ ਦਾ ਰਖਵਾਲਾ ਹਾਂ। ਆਈ ਚੂਜ਼ ਦ ਥਿੰਗਸ ਟੂ ਸ਼ੋ ਟੂ ਯੂ, ਤੇ ਮੈਂ ਇਹਦੇ ਵਿੱਚੋਂ ਚੀਜ਼ਾਂ ਚੁਣਦਾ ਹਾਂ ਕਿ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿਖਾਣੀਆਂ ਹਨ। ਕਮ ਲੈਟ ਅਸ ਵਿਜ਼ਿਟ ਅ ਜ਼ੂ, ਆਓ ਇਸ ਜ਼ੂ ਨੂੰ ਵੇਖੋ। ਸੋ ਕਹਿਣ ਤੋਂ ਭਾਵ ਪੋਇਟ ਨੇ ਸਭ ਤੋਂ ਪਹਿਲਾਂ ਪਹਿਲੇ ਪੈਰੇ ਵਿੱਚ ਦੱਸਿਆ ਕਿ ਬੁੱਕਸ ਸ਼ਿਪਸ ਵਾਂਗ ਹਨ, ਸਮੁੰਦਰੀ ਜਹਾਜ਼ ਵਾਂਗ ਹਨ, ਜਿਹਦੇ ਨਾਲ ਸਾਨੂੰ ਪਤਾ ਚੱਲਦਾ ਹੈ ਸਮੁੰਦਰਾਂ ਦਾ, ਬਰਫੀਲੀਆਂ ਜਗ੍ਹਾਵਾਂ ਦਾ, ਜੰਗਲਾਂ ਦਾ। ਤੇ ਦੂਸਰੇ ਸਟੈਂਜ਼ਾ 'ਚ ਕਹਿ ਰਿਹਾ ਬੁੱਕਸ ਟ੍ਰੇਨਸ ਵਾਂਗ ਹਨ, ਜਿਹਦੇ ਨਾਲ ਸਾਨੂੰ ਪਤਾ ਚੱਲਦਾ ਹੈ ਅਲੱਗ-ਅਲੱਗ ਧਰਤੀਆਂ ਦਾ, ਅਲੱਗ-ਅਲੱਗ ਪਹਾੜੀਆਂ ਦਾ, ਰੇਗਿਸਤਾਨ ਵਾਲੀਆਂ ਜ਼ਮੀਨਾਂ ਦਾ। ਠੀਕ, ਤੇ ਇਸ ਸਟੈਂਜ਼ਾ 'ਚ ਕੀ ਕਹਿ ਰਿਹਾ ਕਿ ਬੁੱਕਸ ਜ਼ੂ ਵਾਂਗ ਹਨ, ਚਿੜੀਆ ਘਰ ਵਾਂਗ ਹਨ, ਜਿਹਨੂੰ ਪੜ੍ਹ ਕੇ ਸਾਨੂੰ ਪਤਾ ਚੱਲਦਾ ਹੈ ਅਲੱਗ-ਅਲੱਗ ਪੰਛੀਆਂ ਬਾਰੇ ਤੇ ਜਾਨਵਰਾਂ ਬਾਰੇ। ਓਕੇ, ਨੈਕਸਟ, books are gardens, fairies, elves,
cowboys and people like ourselves, and I can find with one good look just what I want inside a book. Come, let's read, for reading is fun. Come, let us read, for reading is fun. Come, let's read, for reading is fun. Come, let us read, for reading is fun. Okay, so ਆਪਾਂ ਲਾਸਟ ਸਟੈਂਜ਼ਾ 'ਚ ਦੇਖਦੇ ਹਾਂ ਕਿ ਪੋਇਟ ਕੀ ਕਹਿ ਰਿਹਾ ਹੈ। ਬੁੱਕਸ ਆਰ ਗਾਰਡਨਸ। ਹੁਣ ਪੋਇਟ ਕਹਿ ਰਿਹਾ ਹੈ ਕਿ ਕਿਤਾਬਾਂ ਬਾਗ ਵਾਂਗ ਹਨ। ਠੀਕ ਹੈ, ਸੋ ਉਹ ਕਹਿਣਾ ਕੀ ਚਾਹ ਰਿਹਾ ਕਿ ਬੁੱਕਸ ਤੋਂ ਸਾਨੂੰ ਕਿੰਨੀ ਜ਼ਿਆਦਾ ਨੌਲੇਜ ਮਿਲਦੀ ਹੈ। ਪਹਿਲੇ ਸਟੈਂਜ਼ਾ 'ਚ ਉਹ ਕਹਿ ਰਿਹਾ ਸੀ ਕਿ ਸਾਨੂੰ ਸਮੁੰਦਰਾਂ ਬਾਰੇ, ਬਰਫੀਲੀਆਂ ਧਰਤੀਆਂ ਬਾਰੇ ਤੇ ਜੰਗਲਾਂ ਬਾਰੇ ਜਾਣਕਾਰੀ ਮਿਲਦੀ ਹੈ। ਦੂਜੇ ਸਟੈਂਜ਼ਾ 'ਚ ਕਹਿ ਰਿਹਾ ਸੀ ਕਿ ਸਾਨੂੰ ਕਈ ਧਰਤੀਆਂ ਬਾਰੇ, ਪਹਾੜੀਆਂ ਬਾਰੇ ਤੇ ਰੇਗਿਸਤਾਨਾਂ ਬਾਰੇ ਇਸ ਤੋਂ ਜਾਣਕਾਰੀ ਮਿਲਦੀ ਹੈ। ਤੀਜੇ ਸਟੈਂਜ਼ੇ 'ਚ ਕਹਿ ਰਿਹਾ ਸੀ ਕਿ ਸਾਨੂੰ ਇਸ ਵਿੱਚ ਕਈ ਚਿੜੀਆ ਘਰ ਬਾਰੇ, ਬਰਡਸ ਬਾਰੇ ਤੇ ਜਾਨਵਰਾਂ ਬਾਰੇ ਜਾਣਕਾਰੀ ਮਿਲਦੀ ਹੈ। ਤੇ ਹੁਣ ਪੋਇਟ ਕਹਿ ਰਿਹਾ ਕਿ ਇਹ ਗਾਰਡਨਸ ਦੀ ਤਰ੍ਹਾਂ ਹਨ ਬੁੱਕਸ। ਤੇ ਉਸ ਗਾਰਡਨਸ ਵਿੱਚ ਹੁੰਦਾ ਕੀ ਹੈ? ਫੇਰੀਜ਼, ਐਲਜ਼, ਕਾਊਬॉयਜ਼ ਐਂਡ ਪੀਪਲ ਲਾਈਕ ਆਰਸੈਲਵਸ, ਕਿ ਇਹੋ ਜਿਹੀਆਂ ਵੀ ਕਿਤਾਬਾਂ ਹੁੰਦੀਆਂ ਹਨ ਜਿਹਦੇ ਵਿੱਚ ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਹਨ। ਐਲਜ਼ ਯਾਨੀ ਬੋਣਿਆਂ ਦੀਆਂ ਕਹਾਣੀਆਂ, ਜਿਹੜੇ ਕਿ ਕੱਦ ਵਿੱਚ ਬਹੁਤ ਛੋਟੇ ਸੀ ਤੇ ਉਹਨਾਂ ਕੋਲ ਖਾਸ ਕਿਸਮ ਦੀਆਂ ਪਾਵਰਸ ਵੀ ਸੀ। ਕਾਊਬॉयਜ਼ ਤੇ ਉਹਨਾਂ ਦੀਆਂ ਕਹਾਣੀਆਂ ਵੀ ਮਿਲਦੀਆਂ ਜੋ ਵਿਅਕਤੀ ਜਾਨਵਰਾਂ ਦੀ ਦੇਖਭਾਲ ਕਰਦੇ ਹਨ। ਐਂਡ ਪੀਪਲ ਲਾਈਕ ਆਰਸੈਲਵਸ, ਅਤੇ ਉਹਨਾਂ ਲੋਕਾਂ ਦੀਆਂ ਕਹਾਣੀਆਂ ਵੀ ਮਿਲਦੀਆਂ ਜੋ ਸਾਡੇ ਵਰਗੇ ਹੀ ਸਨ। ਐਂਡ ਆਈ ਕੈਨ ਫਾਈਂਡ ਵਿਦ ਵਨ ਗੁੱਡ ਲੁੱਕ, ਅਤੇ ਮੈਂ ਉਹ ਸਭ ਕੁਝ ਲੱਭ ਸਕਦਾ ਹਾਂ ਜੇ ਮੈਂ ਇੱਕ ਚੰਗੀ ਨਿਗਾਹ ਇਸ ਕਿਤਾਬ ਤੇ ਮਾਰਾਂ। ਜਸਟ ਵਾਟ ਆਈ ਵਾਂਟ, ਜੋ ਕੁਝ ਮੈਂ ਲੱਭਣਾ ਚਾਹੁੰਦਾ ਹਾਂ। ਇਨਸਾਈਡ ਅ ਬੁੱਕ, ਇਸ ਬੁੱਕ ਦੇ ਅੰਦਰੋਂ। ਓਕੇ, ਸੋ ਕਮ ਲੈਟ ਅਸ ਰੀਡ, ਆਓ ਅਸੀਂ ਸਾਰੇ ਪੜ੍ਹੀਏ। ਫॉर ਰੀਡਿੰਗ ਇਜ਼ ਫਨ, ਸੋ ਇੱਥੇ ਫॉर ਦਾ ਮਤਲਬ ਹੈ ਕਿਉਂਕਿ ਰੀਡਿੰਗ ਪੜ੍ਹਨਾ ਇੱਕ ਬਹੁਤ ਮਜ਼ੇ ਵਾਲੀ ਗੱਲ ਹੈ। ਤੋ ਆਓ ਅਸੀਂ ਸਾਰੇ ਮਿਲ ਕੇ ਇਹ ਮਜ਼ਾ ਲਈਏ ਕਿਤਾਬਾਂ ਪੜ੍ਹਨ ਦਾ। ਸੋ ਇਹ ਪੋਇਮ ਕਿਹਨੇ ਲਿਖੀ ਹੈ? ਵੈਲਡਾ ਬਲਮਹਾਗਨ। ਤੇ ਤੁਹਾਨੂੰ ਪਤਾ ਵੈਲਡਾ ਬਲਮਹਾਗਨ ਕੌਣ ਸੀ? ਸੋ ਮੈਡਮ ਵੈਲਡਾ ਬਲਮਹਾਗਨ ਦਾ ਬਰਥ ਹੋਇਆ 1899 1899 ਵਿੱਚ, ਤੇ ਇਹਨਾਂ ਦੀ ਡੈਥ 1985 ਵਿੱਚ ਹੋ ਗਈ। ਤੇ ਇਹ ਵਾਟਰਲੂ ਸ਼ਹਿਰ ਵਿੱਚ ਰਹਿੰਦੇ ਸਨ। ਯਾਦ ਰਵੇ। ਸੋ ਮੇਰਾ ਫਰਸਟ ਕੁਐਸਚਨ ਹੈ, ਵਾਟ ਆਰ ਬੁੱਕਸ ਰੈਫਰ ਟੂ ਇਨ ਦ ਪੋਇਮ? ਇਸ ਪੋਇਮ ਦੇ ਵਿੱਚ ਬੁੱਕਸ ਨੂੰ ਕਿਹਦੇ ਨਾਲ ਰੈਫਰ ਕੀਤਾ ਗਿਆ, ਕਿਹਦੇ ਨਾਲ ਜੋੜ ਕੇ ਦੱਸਿਆ ਗਿਆ? ਓਕੇ, ਇਹ ਤਾਂ ਸੌਖਾ ਹੀ ਕੁਐਸਚਨ ਹੈ ਨਾ। ਸਭ ਤੋਂ ਪਹਿਲਾਂ ਸਟੈਂਜ਼ੇ ਵਿੱਚ ਕਿਹਦੇ ਨਾਲ ਜੋੜਿਆ ਸੀ? ਸ਼ਿਪਸ ਦੇ ਨਾਲ। ਸੈਕਿੰਡ ਸਟੈਂਜ਼ਾ ਵਿੱਚ ਕਿਹਦੇ ਨਾਲ ਜੋੜਿਆ ਸੀ? ਟ੍ਰੇਨਸ ਦੇ ਨਾਲ। ਤੇ ਥਰਡ ਜ਼ੂਜ਼, ਤੇ ਫੋਰਥ ਗਾਰਡਨਸ। ਸੋ ਆਪਾਂ ਇੱਥੇ ਕੀ ਜਵਾਬ ਲਿਖਾਂਗੇ? ਬੁੱਕਸ ਆਰ ਰੈਫਰਡ ਟੂ ਇਨ ਦ ਪੋਇਮ ਵਿਦ ਸ਼ਿਪਸ, ਟ੍ਰੇਨਸ, ਜ਼ੂਜ਼ ਐਂਡ ਗਾਰਡਨਸ। ਨੈਕਸਟ, who is the engineer and the keeper of the zoo? Zoo ਦਾ engineer ਤੇ keeper ਕੌਣ ਹੈ? ਸੋ ਕਿਤਾਬਾਂ ਰੂਪੀ ਜ਼ੂ ਦਾ ਇੰਜੀਨੀਅਰ ਤੇ ਕੀਪਰ ਕੌਣ ਹੈ? ਜੋ ਕਿਤਾਬ ਨੂੰ ਪੜ੍ਹਦਾ ਹੈ। ਪੋਇਮ ਵਿੱਚ ਕਿਤਾਬ ਨੂੰ ਕੌਣ ਪੜ੍ਹ ਰਿਹਾ? ਆਈ। ਠੀਕ ਹੈ, ਸੋ ਜੋ ਵੀ ਰੀਡਰ ਹੋਏਗਾ ਉਸ ਜ਼ੂ ਰੂਪੀ ਬੁੱਕ ਦਾ, ਉਹੀ ਉਸ ਦਾ ਇੰਜੀਨੀਅਰ ਹੋਏਗਾ, ਉਹੀ ਉਸ ਦਾ ਕੀਪਰ ਹੋਏਗਾ। ਠੀਕ ਹੈ, ਸੋ ਉਸਨੇ ਡਿਸਾਈਡ ਕਰਨਾ ਹੋਏਗਾ ਕਿ ਉਸਨੇ ਕਿਤਾਬ ਵਿੱਚੋਂ ਕੀ ਹਾਸਲ ਕਰਨਾ ਹੈ, ਕਿਹੜਾ ਗਿਆਨ ਲੈਣਾ ਹੈ। ਓਕੇ, ਤੇ ਉਹਨੂੰ ਕਿੱਦਾਂ ਸਾਂਭ ਸੰਭਾਲ ਕੇ ਰੱਖਣਾ ਹੈ। ਸੋ ਆਪਾਂ ਇੱਥੇ ਸਿੰਪਲ ਜਵਾਬ ਲਿਖਾਂਗੇ ਕਿ ਆਈ ਐਮ ਦ ਇੰਜੀਨੀਅਰ ਐਂਡ ਦ ਕੀਪਰ ਆਫ ਦ ਜ਼ੂ, ਤੇ ਆਈ ਦੇ ਨਾਲ ਅਸੀਂ ਬ੍ਰੈਕਟ ਵਿੱਚ ਲਿਖ ਦਾਂਗੇ ਰੀਡਰ। ਨੈਕਸਟ, ਗਿਵ ਰਾਈਮਿੰਗ ਵਰਡਸ ਆਫ ਦ ਪੋਇਮ। ਸੋ ਹੁਣ ਪੋਇਮ ਵਿੱਚ ਜਿਹੜੇ ਰਾਈਮਿੰਗ ਵਰਡਸ ਆਏ ਆ ਅਸੀਂ ਉਹ ਦੇਖਾਂਗੇ। ਸੋ ਪਹਿਲਾ ਕੀ ਹੈ? ਸੀਜ਼, ਟਰੀਜ਼, ਫ੍ਰੀ, ਸੀ, ਲੈਂਡਸ, ਸੈਂਡਸ, ਹੋਮ, Rome, zoo, you, elves, ourselves, look, book. Next ਹੈ mind mapping. Mind mapping ਦਾ ਮਤਲਬ ਹੁੰਦਾ ਹੈ ਕਿ ਜੇ ਤੁਹਾਨੂੰ ਅਸੀਂ ਇੱਕ ਸ਼ਬਦ ਦਈਏ ਤਾਂ ਉਸ ਸ਼ਬਦ ਨੂੰ ਸੁਣ ਕੇ ਤੁਹਾਡੇ ਦਿਮਾਗ ਦੇ ਵਿੱਚ ਹੋਰ ਕਿਹੜੇ ਸ਼ਬਦ ਆਉਂਦੇ ਹਨ ਜਾਂ ਹੋਰ ਕਿਹੜੀਆਂ ਚੀਜ਼ਾਂ ਦਿਮਾਗ ਵਿੱਚ ਆਉਂਦੀਆਂ ਹਨ, ਤੁਸੀਂ ਉਹਨਾਂ ਦੇ ਨਾਮ ਲਿਖਣੇ ਹਨ। ਸੋ ਇੱਥੇ ਕੀ ਹੈ? ਐਨੀਮਲਸ। ਸੋ ਆਸੇ ਪਾਸੇ ਐਨੀਮਲਸ ਦੇ ਨਾਮ ਲਿਖ ਦੋ। ਡੌਗ, ਕੈਟ, ਲਾਇਨ, ਬੀਅਰ, ਐਲੀਫੈਂਟ, tiger, fox, crocodile. Next,
ਨੇਚਰ ਨੇਚਰ ਕੀ ਹੁੰਦਾ ਕੁਦਰਤ ਹੁਣ ਕੁਦਰਤ ਦੇ ਵਿੱਚ ਕੀ ਹੈ ਟਰੀਜ਼ ਫੋਰੈਸਟ ਮਾਊਂਟੇਨਸ ਓਸ਼ਨਸ ਹੁੰਦੇ ਆ ਸਮੁੰਦਰ ਨੈਕਸਟ ਰਾਈਟ ਦ ਨੇਮਸ ਆਫ ਸਟੇਸ਼ਨਰੀ ਆਈਟਮਸ ਹੁਣ ਨੀਚੇ ਸਟੇਸ਼ਨਰੀ ਆਈਟਮਸ ਦਿੱਤੀਆਂ ਹੋਈਆਂ ਇਹਨਾਂ ਦੇ ਨਾਮ ਲਿਖ ਦੇਣੇ ਆ ਪੈਨਸਿਲ ਸ਼ਾਰਪਨਰ ਇਰੇਜ਼ਰ ਸਕੇਲ ਸੀਜ਼ਰ ਇੰਕ ਪੈਨ ਜਿਸ ਨੂੰ ਫਾਊਂਟੇਨ ਪੈਨ ਵੀ ਕਹਿ ਦਿੰਦੇ ਹਨ ਨੈਕਸਟ ਹੈ ਬਾਲ ਪੈਨ glue sketch pens okay third language corner pick out nouns and pronouns and write in the space given below ਹੁਣ ਇੱਕ ਪੈਰਾ ਨੀਚੇ ਦਿੱਤਾ ਹੋਇਆ ਉਹਦੇ ਵਿੱਚੋਂ ਅਸੀਂ ਨਾਮ ਲੱਭਣੇ ਹਨ ਤੇ ਪੜਨਾਂਵ ਠੀਕ ਹੈ ਨਾउन्स ਲੱਭਣੇ ਹਨ ਤੇ ਪ੍ਰੋਨਾउंस ਕਿਸੇ ਦੇ ਨਾਮ ਤੇ ਪ੍ਰੋਨਾउन ਕੀ ਹੁੰਦੇ ਨੇ ਜਦੋਂ ਅਸੀਂ ਬਾਰ-ਬਾਰ ਕਿਸੇ ਦਾ ਨਾਮ ਨਹੀਂ ਬੋਲਦੇ ਉਹਦੀ ਜਗ੍ਹਾ ਤੇ ਕੋਈ ਦੂਜਾ ਸ਼ਬਦ ਬੋਲ ਦਿੰਦੇ ਹਾਂ ਉਹਨੂੰ ਕਹਿੰਦੇ ਆ ਪ੍ਰੋਨਾउन यानी नाम की जगह ते बोलिया होया दूजा शब्द जिद्दां राम बहुत चंगा है ओह सवेरे जल्दी उठता है ओह रात जल्दी सोंदा है ठीक हुण मैं एक बार बोलिया राम ते दूजी बार की बोलिया ओह सो राम की जगह ते मैं किहड़ा शब्द वरतिया ओ ते ओ की हो गया प्रोनाउन सो आपां नीचे पैरे विचों भी इसे तरह ही लभना है रवनीत इज 8 years old रवनीत 8 सालां दी है she has many toys she की जगह ते वरत्या गया रवनीत दी जगह ते so she की बन गया pronoun toys खिडौने noun she plays with them की हो गया pronoun at home noun she has a lot of friends ਵੀ ਜੋ ਮੇਰੇ ਨਾਲ ਖੜਾ ਹੈ ਇਹਦਾ ਇੱਕ ਕਾਮਨ ਨਾਮ ਕੀ ਹੈ ਉਹ ਮਿੱਤਰ ਹੈ ਠੀਕ ਸੋ ਫਰੈਂਡ ਵੀ ਇੱਕ ਨਾਉਨ ਹੈ she plays with them ਹੁਣ ਦੇਖੋ ਦੂਜੀ ਲਾਈਨ ਵਿੱਚ ਆ ਗਿਆ ਕਿ ਉਹ ਉਹਨਾਂ ਨਾਲ ਖੇਡਦੀ ਹੈ ਠੀਕ ਕਿਹਨਾਂ ਨਾਲ ਆਪਣੇ ਫਰੈਂਡਸ ਨਾਲ ਹੁਣ ਫਰੈਂਡਸ ਦੀ ਜਗ੍ਹਾ ਤੇ ਕਿਹੜਾ ਸ਼ਬਦ ਆਇਆ them ਸੋ them ਕੀ ਹੋ ਗਿਆ ਪ੍ਰੋਨਾਉਨ ਕਿੱਥੇ ਖੇਡਦੀ ਹੈ in the playground ਖੇਡ ਦੇ ਮੈਦਾਨ ਵਿੱਚ ਹਨਾ ਪਲੇਗਰਾਉਂਡ ਨਾਉਨ ਹੋ ਗਿਆ ਨੈਕਸਟ ਮਾਹੀ ਇਜ਼ ਹਰ ਬੈਸਟ ਫਰੈਂਡ ਮਾਹੀ ਉਸ ਦੀ ਬੈਸਟ ਫਰੈਂਡ ਹੈ ਮਾਹੀ ਨਾਉਨ ਹੋ ਗਿਆ ਸੋ ਇਹ ਨਾਉਨਸ ਵਾਲੇ ਪਾਸੇ ਆਏਗਾ ਮਾਹੀ ਕਿਸ ਦੀ ਬੈਸਟ ਫਰੈਂਡ ਹੈ ਉਸ ਦੀ ਮਤਲਬ ਰਵਨੀਤ ਦੀ ਜਗ੍ਹਾ ਤੇ ਹੁਣ ਕਿਹੜਾ ਵਰਡ ਆਇਆ ਹਰ ਸੋ ਹਰ ਕੀ ਹੋ ਗਿਆ ਪ੍ਰੋਨਾਉਨ she shares her secrets with her ਉਹ ਆਪਣੀਆਂ ਕਈ ਰਾਜ਼ ਵਾਲੀਆਂ ਗੱਲਾਂ ਜਿਹੜੀਆਂ ਉਹ ਕਿਸੇ ਹੋਰ ਨੂੰ ਨਹੀਂ ਦੱਸਦੀ ਉਹ ਉਹਦੇ ਨਾਲ ਸ਼ੇਅਰ ਕਰਦੀ ਹੈ they study together ਉਹ ਇਕੱਠੇ ਪੜ੍ਹਦੇ ਹਨ ਦੇ ਹਨਾ ਜ਼ਿਆਦਾ ਜਣੇ ਕੌਣ ਰਵਨੀਤ ਤੇ ਮਾਹੀ ਸੋ ਇਹਨਾਂ ਦੋਨਾਂ ਦੇ ਨਾਮ ਦੀ ਜਗ੍ਹਾ ਕਿਹੜਾ ਸ਼ਬਦ ਆ ਗਿਆ ਦੇ ਸੋ ਦੇ ਕੀ ਹੋ ਗਿਆ ਪ੍ਰੋਨਾਉਨ ਓਕੇ ਨੈਕਸਟ ਟਿਕ ਦਾ ਕਰੈਕਟ ਆਨਸਰ ਐਂਡ ਫਿਲ ਇਨ ਦਾ ਬਲੈਂਕਸ ਹੁਣ ਤਿੰਨ ਆਪਸ਼ਨਸ ਦਿੱਤੀਆਂ ਇਹਨਾਂ ਚੋਂ ਇੱਕ ਆਪਸ਼ਨ ਤੇ ਟਿਕ ਕਰਨਾ ਹੈ ਤੇ ਉਹਨੂੰ ਫਿਲ ਇਨ ਦਾ ਬਲੈਂਕ ਕਰਨਾ ਹੈ ਫਸਟ ਲੁੱਕ ਐਟ ਦੈਟ pretty dress ਉਹ ਦੇਖੋ ਕਿੰਨੀ ਸੋਹਣੀ ਡਰੈਸ ਹੈ ਸੈਕਿੰਡ these candies are very sweet ਇਹ ਟੋਫੀਆਂ ਬਹੁਤ ਸਵਾਦ ਹਨ ਥਰਡ he is a very hard working farmer ਉਹ ਬਹੁਤ ਮਿਹਨਤੀ ਕਿਸਾਨ ਹੈ she saw a tiny ant ਉਸਨੇ ਇੱਕ ਛੋਟੀ ਜਿਹੀ ਕੀੜੀ ਦੇਖੀ ਫਿਫਥ the shark has sharp teeth shark ਮੱਛੀ ਦੇ ਤਿੱਖੇ ਦੰਦ ਹੁੰਦੇ ਹਨ next fill in the blanks with suitable form of the verb so ਅਸੀਂ ਇੱਥੇ verb ਦੀ form ਭਰਨੀ ਹੈ ਜੋ ਇੱਥੇ ਟੁਕਵੀਂ ਹੋਏਗੀ first ਕੀ ਹੈ I watch a very interesting movie yesterday ਮਤਲਬ ਕੱਲ ਦੇਖੀ ਸੀ past ਹੈ ਨਾ ਪਿਛਲਾ ਸਮਾਂ ਜਦੋਂ ਅਸੀਂ ਪਿਛਲੇ ਸਮੇਂ ਦੀ ਗੱਲ ਕਰਨੀ ਹੈ ਉਦੋਂ verb ਦੀ second form ਲਗਾਣੀ ਹੈ okay so watch ਦੀ second form ਕੀ ਹੋਏਗੀ watched I watched a very interesting movie yesterday second we always dash football at school always यानी रोज खेलते हाँ है ना सो मतलब रोज ਜਿਹੜਾ ਕੰਮ ਕਰੀਏ तो फर्स्ट फॉर्म आएगी क्योंकि ये पास्ट तो है नहीं so we always play football at school third we dash the test yesterday मतलब बीतिया होया कल past ਦੀ ਗੱਲ ਆ ਗਈ so bracket ਵਿੱਚ ਕੀ ਲਿਖਿਆ take ਦੀ second form लगेगी है ना past है ना so take the second form took third form taken so आएगा we take the test yesterday fourth
ਮਾਈ ਲਿਟਲ ਸਿਸਟਰ ਐਂਡ ਆਈ ਡੈਸ਼ ਮਿਲਕ ਐਵਰੀ ਮਾਰਨਿੰਗ। ਹੁਣ ਹਰ ਮਾਰਨਿੰਗ ਮੈਂ ਤੇ ਮੇਰੀ ਭੈਣ ਦੁੱਧ ਪੀਂਦੇ ਹਾਂ, ਠੀਕ, ਰੋਜ਼ ਪੀਂਦੇ ਹਾਂ ਨਾ, ਇਹ ਪਾਸਟ ਦੀ ਗੱਲ ਤਾਂ ਹੈ ਨਹੀਂ, ਰੋਜ਼ ਪੀਂਦੇ ਹਾਂ। ਸੋ ਮਾਈ ਲਿਟਲ ਸਿਸਟਰ ਐਂਡ ਆਈ ਡਰਿੰਕ ਮਿਲਕ ਐਵਰੀ ਮਾਰਨਿੰਗ। ਫਿਫਥ, ਹਰਮਨ ਡੈਸ਼ ਦਾ ਕੁਐਸਚਨ ਕਰੈਕਟਲੀ। ਹਰਮਨ ਕੁਐਸਚਨ ਦਾ ਜਵਾਬ ਠੀਕ ਦਿੰਦੀ ਹੈ, ਠੀਕ ਹੈ। ਫਸਟ ਫਾਰਮ ਜੇ ਲਾਵਾਂਗੇ ਅਸੀਂ ਇਹਦੇ ਨਾਲ ਤਾਂ ਹਰਮਨ ਕੀ ਹੈ, ਹਰਮਨ ਮੈਂ ਵੀ ਨਹੀਂ ਆ, ਹਰਮਨ ਤੂੰ ਵੀ ਨਹੀਂ ਹੈ, ਤੀਸਰਾ ਬੰਦਾ, ਹਨਾ। ਸੋ ਜਦੋਂ ਕੋਈ ਤੀਸਰੇ ਬੰਦੇ ਬਾਰੇ ਗੱਲ ਹੋਵੇ ਤੇ ਉਹ ਕੱਲਾ ਹੋਵੇ ਤਾਂ ਆਪਾਂ ਵਰਬ ਦੀ ਫਾਰਮ ਦੇ ਨਾਲ s ਜਾਂ es ਲਗਾ ਦਾਂਗੇ। ਸੋ ਕੀ ਆਏਗਾ, ਹਰਮਨ ਆਨਸਰਸ ਦ ਕੁਐਸਚਨ ਕਰੈਕਟਲੀ। ਓਕੇ, ਜਾਂ ਇੱਕ ਹੋਰ ਵੀ ਕਰ ਸਕਦੇ ਹੋ, ਹਰਮਨ ਆਨਸਰਡ ਦ ਕੁਐਸਚਨ ਕਰੈਕਟਲੀ, ਕਿ ਹਰਮਨ ਨੇ ਠੀਕ ਜਵਾਬ ਦਿੱਤਾ, ਠੀਕ ਹੈ। ਸੈਕਿੰਡ ਫਾਰਮ ਵੀ ਲਾ ਸਕਦੇ ਹੋ, ਉਹ ਵੀ ਠੀਕ ਹੈ। ਤੇ ਜੇ ਫਸਟ ਫਾਰਮ ਲਾਣੀ ਹੈ ਤਾਂ ਫਿਰ ਇਹਦੇ ਨਾਲ ਅਸੀਂ s ਲਗਾ ਦਾਂਗੇ, ਆਨਸਰਸ ਕਰ ਦਾਂਗੇ। ਨੈਕਸਟ, ਸ਼ੀ ਲਾਫਸ। ਸ਼ੀ ਥਰਡ ਪਰਸਨ ਹੋ ਗਿਆ ਨਾ, ਮੈਂ ਵੀ ਨਹੀਂ, ਤੂੰ ਵੀ ਨਹੀਂ, ਉਹ ਸ਼ੀ ਕੁੜੀ ਹੈ ਨਾ, ਸ਼ੀ ਲਾਫਸ, s ਲੱਗ ਜਾਏਗਾ। ਐਟ ਦਾ ਜੋਕ, ਜਾਂ ਦੂਜਾ ਤਰੀਕਾ ਕੀ ਹੈ, ਇਹਨੂੰ ਤੁਸੀਂ ਪਾਸਟ ਬਣਾ ਸਕਦੇ ਹੋ, ਸ਼ੀ ਲਾਫਡ ਐਟ ਦਾ ਜੋਕ, ਉਹ ਜੋਕ ਤੇ ਹੱਸੀ। ਨੈਕਸਟ, ਟਾਈਮ ਆਫ ਦਾ ਡੇ ਤੇ ਗ੍ਰੀਟਿੰਗ। ਹੁਣ ਆਪਾਂ ਦੇਖਾਂਗੇ ਕਿ ਜਦੋਂ ਸਾਨੂੰ ਕੋਈ ਕਿਸੇ ਟਾਈਮ ਤੇ ਮਿਲਦਾ ਤੇ ਅਸੀਂ ਉਸ ਟਾਈਮ ਦੇ ਹਿਸਾਬ ਨਾਲ ਉਸ ਨੂੰ ਕਿਸ ਤਰ੍ਹਾਂ ਗ੍ਰੀਟਿੰਗ ਕਰਨੀ ਹੈ, ਭਾਵ ਉਸ ਨੂੰ ਕੀ ਕਹਿ ਕੇ ਮਿਲਣਾ ਹੈ। ਡਾਊਨ, ਡਾਊਨ ਹੁੰਦਾ ਪ੍ਰਭਾਤ ਵੇਲਾ, ਜਦੋਂ ਸਵੇਰ ਚੜ੍ਹਦੀ ਹੈ, ਗੁੱਡ ਮਾਰਨਿੰਗ। ਸੋ ਮਾਰਨਿੰਗ ਵੇਲੇ ਤਾਂ ਆਪਾਂ ਕਹਿਣਾ ਹੀ ਹੈ ਗੁੱਡ ਮਾਰਨਿੰਗ। ਆਫਟਰਨੂਨ ਵੇਲੇ ਗੁੱਡ ਆਫਟਰਨੂਨ, ਈਵਨਿੰਗ ਗੁੱਡ ਈਵਨਿੰਗ, ਨਾਈਟ ਗੁੱਡ ਨਾਈਟ। ਸੋ ਅਕਸਰ ਰਾਤ ਨੂੰ ਚਾਹੇ ਤੁਸੀਂ 11 ਵਜੇ ਵੀ ਮਿਲੋ ਤਾਂ ਵੀ ਤੁਸੀਂ ਕੀ ਕਹਿਣਾ, ਗੁੱਡ ਈਵਨਿੰਗ। ਹਾਂ, ਗੁੱਡ ਨਾਈਟ ਬਸ ਸੌਣ ਵਾਸਤੇ ਕਹਿਣਾ, ਇਹ ਨਹੀਂ ਕਿ ਕਿਸੇ ਨੂੰ ਜੇ ਤੁਸੀਂ 11 ਵਜੇ ਮਿਲਦੇ ਪਿਓ ਤਾਂ ਮਿਲਦਿਆਂ ਸਰ ਕਹਿ ਦੇਣਾ ਗੁੱਡ ਨਾਈਟ, ਨਹੀਂ, ਮਿਲਦਿਆਂ ਸਰ ਕਹਾਂਗੇ ਗੁੱਡ ਈਵਨਿੰਗ। ਤੇ ਸਿਰਫ ਸੌਣ ਵੇਲੇ ਜਾਂ ਜਦੋਂ ਤੁਸੀਂ ਰਾਤ ਨੂੰ ਮਿਲ ਕੇ ਉੱਥੋਂ ਜਾ ਰਹੇ ਹੋ ਫਿਰ ਜਾਣ ਵੇਲੇ ਕਹਿਣਾ ਗੁੱਡ ਨਾਈਟ। ਓਕੇ, ਇਸੇ ਤਰ੍ਹਾਂ ਜਦੋਂ ਤੁਸੀਂ ਸਕੂਲ ਹੋਵੋ, ਸਕੂਲੋਂ ਜਾਣ ਲੱਗਦੇ ਹੋ ਤੇ ਜਾਣ ਵੇਲੇ ਟੀਚਰ ਨੂੰ ਨਹੀਂ ਕਹਿਣਾ ਗੁੱਡ ਆਫਟਰਨੂਨ ਮੈਮ, ਗੁੱਡ ਆਫਟਰਨੂਨ ਮਿਲਣ ਵੇਲੇ ਕਹੀਦਾ ਹੈ। ਓਕੇ, ਤੇ ਜਾਣ ਵੇਲੇ ਕੀ ਕਹੋਗੇ, ਗੁੱਡ ਬਾਏ ਮੈਮ। ਓਕੇ, ਵੈਰੀ ਗੁੱਡ। ਨੈਕਸਟ, ਲਿਸਨ, ਸਪੀਕ ਐਂਡ ਇੰਜੋਏ ਕਨਵਰਸੇਸ਼ਨ। ਹੁਣ ਅਸੀਂ ਦੇਖਾਂਗੇ ਕਿ ਦੋ ਬੱਚੇ ਗੱਲਬਾਤ ਕਰ ਰਹੇ ਹਨ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਬੋਲਦੇ ਵੀ ਹਾਂ ਤੇ ਇੰਜੋਏ ਕਰਦੇ ਹਾਂ। ਓਕੇ, ਲੈਫਟ ਸਾਈਡ ਵਾਲਾ ਦੇਖਦੇ ਹਾਂ ਕੀ ਕਹਿੰਦਾ। ਉਹ ਪੁੱਛ ਰਿਹਾ, ਵਿਚ ਮੀਲ ਡੂ ਯੂ ਹੈਵ ਇਨ ਦ ਮਾਰਨਿੰਗ। ਤੁਸੀਂ ਸਵੇਰ ਵੇਲੇ ਕੀ ਖਾਂਦੇ ਹੋ? ਤਾਂ ਦੂਜੇ ਲੜਕੇ ਨੇ ਕੀ ਜਵਾਬ ਦਿੱਤਾ, ਆਈ ਹੈਵ ਬ੍ਰੇਕਫਾਸਟ, ਕਿ ਮੈਂ ਆਪਣਾ ਸਵੇਰ ਦਾ ਨਾਸ਼ਤਾ ਕਰਦਾ ਹਾਂ। ਓਕੇ, ਫਿਰ ਦੁਬਾਰਾ ਕੁਐਸਚਨ ਪੁੱਛਿਆ ਗਿਆ ਉਹਦੇ ਵੱਲੋਂ, ਵਿਚ ਮੀਲ ਡੂ ਯੂ ਹੈਵ ਐਟ ਨਾਈਟ। ਜੋ ਤੁਸੀਂ ਖਾਣਾ ਰਾਤ ਨੂੰ ਖਾਂਦੇ ਹੋ ਉਹ ਕਿਹੜਾ ਹੁੰਦਾ ਹੈ? ਆਈ ਹੈਵ ਡਿਨਰ, ਤਾਂ ਮੈਂ ਰਾਤ ਨੂੰ ਡਿਨਰ ਕਰਦਾ ਹਾਂ। ਓਕੇ, ਵਾਟ ਕਾਈਂਡ ਆਫ ਕਲੋਥਸ ਡੂ ਯੂ ਵੀਅਰ ਇਨ ਸਮਰਸ। ਕਿਹੋ ਜਿਹੇ ਕੱਪੜੇ ਤੁਸੀਂ ਗਰਮੀਆਂ ਵਿੱਚ ਪਾਉਂਦੇ ਹੋ? ਜਵਾਬ ਕੀ ਆਇਆ, ਆਈ ਵੀਅਰ ਕਾਟਨ ਕਲੋਥਸ, ਮੈਂ ਸੂਤੀ ਕੱਪੜੇ ਪਾਉਂਦਾ ਹਾਂ। ਓਕੇ, ਨੈਕਸਟ ਕੁਐਸਚਨ, ਵਾਟ ਕਾਈਂਡ ਆਫ ਕਲੋਥਸ ਡੂ ਯੂ ਵੀਅਰ ਇਨ ਵਿੰਟਰਸ। ਸਰਦੀਆਂ ਵਿੱਚ ਕਿਹੋ ਜਿਹੇ ਕੱਪੜੇ ਪਾਉਂਦੇ ਹੋ? ਆਈ ਵੀਅਰ ਵੂਲਨ ਕਲੋਥਸ, ਮੈਂ ਊਨੀ ਕੱਪੜੇ ਪਾਉਂਦਾ ਹਾਂ। ਵਾਟ ਡੂ ਯੂ ਵੀਅਰ ਟੂ ਸਕੂਲ, ਸਕੂਲ ਜਾਣ ਵੇਲੇ ਕੀ ਪਹਿਨਦੇ ਹੋ? ਆਈ ਵੀਅਰ ਯੂਨੀਫਾਰਮ, ਮੈਂ ਵਰਦੀ ਪਹਿਨਦਾ ਹਾਂ। ਓਕੇ ਜੀ, ਹੁਣ ਰੀਡਿੰਗ ਪ੍ਰੈਕਟਿਸ ਕਰੀਏ। ਸੋ ਆਪਾਂ ਇਸ ਵਿੱਚ ਪੜਾਂਗੇ ਬੁੱਕਸ ਬਾਰੇ। ਸੋ ਫਸਟ ਲਾਈਨ ਕੀ ਹੈ, ਬੁੱਕਸ ਆਰ ਦ ਮੋਸਟ ਇੰਪੋਰਟੈਂਟ ਥਿੰਗਸ ਇਨ ਅ ਸਟੂਡੈਂਟਸ ਲਾਈਫ। ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਬਹੁਤ ਮਹੱਤਵਪੂਰਨ ਵਸਤੂਆਂ ਹਨ। ਸੈਕਿੰਡ, ਦੇयर ਆਰ ਬੁੱਕਸ ਔਨ ਆਲ ਸਬਜੈਕਟਸ, ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਹੁੰਦੀਆਂ ਹਨ। ਆਈ ਲਾਈਕ ਮਾਈ ਇੰਗਲਿਸ਼ ਬੁੱਕ ਦ ਮੋਸਟ, ਮੈਂ ਆਪਣੀ ਇੰਗਲਿਸ਼ ਦੀ ਕਿਤਾਬ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ। ਇਟ ਕੰਟੇਨਸ ਸਟੋਰੀਜ਼, ਪੋਇਮਸ ਐਂਡ ਐਸੇਜ਼, ਕਿਉਂਕਿ ਇਹਦੇ ਵਿੱਚ ਕਹਾਣੀਆਂ ਹੁੰਦੀਆਂ ਹਨ, ਕਵਿਤਾਵਾਂ ਹੁੰਦੀਆਂ ਹਨ ਅਤੇ ਲੇਖ ਹੁੰਦੇ ਹਨ। ਨੈਕਸਟ ਹੈ, ਇਟ ਹੈਜ਼ ਮੈਨੀ ਕਲਰਫੁਲ ਪਿਕਚਰਸ, ਇਸ ਵਿੱਚ ਕਈ ਰੰਗਦਾਰ ਤਸਵੀਰਾਂ ਵੀ ਹੁੰਦੀਆਂ ਹਨ। ਆਈ ਲਵ ਟੂ ਰੀਡ ਮਾਈ ਬੁੱਕ ਅਗੇਨ ਐਂਡ ਅਗੇਨ, ਮੈਂ ਆਪਣੀ ਕਿਤਾਬ ਬਾਰ-ਬਾਰ ਪੜ੍ਹਨੀ ਪਸੰਦ ਕਰਦਾ ਹਾਂ। ਓਕੇ ਜੀ, ਨੈਕਸਟ ਹੈ, ਰੀਡ ਅਲਾਉਡ, ਉੱਚੀ ਉੱਚੀ ਪੜੋ। ਕੀ ਲਿਖਿਆ, ਟਾਈਟ, ਨਾਈਟ, ਲਾਈਟ, ਰਾਈਟ, ਸਾਈਟ। ਓਕੇ, ਸੋ ਇਹ ਵਰਡ ਉਹ ਨੇ ਜਿਹਦੇ ਵਿੱਚ IGHT ਆਈਟ ਦੀ ਆਵਾਜ਼ ਕੱਢਦਾ, ਠੀਕ। ਸਾਈਟ, ਰਾਈਟ, ਲਾਈਟ, ਨਾਈਟ, ਟਾਈਟ। ਦੁਬਾਰਾ ਫਿਰ ਦੇਖੀਏ, ਫਾਸਟ ਪੜ੍ਹਦੇ ਹਾਂ, ਟਾਈਟ, ਨਾਈਟ, ਲਾਈਟ, ਰਾਈਟ, ਸਾਈਟ। ਹੁਣ ਅੱਗੇ ਦੇਖਦੇ ਹਾਂ, ਬਰਾਈਟ, ਓਕੇ, ਫਾਈਟ, ਟੂਨਾਈਟ, ਫਰਾਈਟ। ਸੋ ਇਹ ਸਾਰੇ ਨਵੇਂ ਵਰਡਸ ਇੰਗਲਿਸ਼ ਦੇ ਆ। ਚਲੋ ਇਹਨਾਂ ਦੇ ਮੀਨਿੰਗ ਵੀ ਦੇਖ ਲਈਏ। ਟਾਈਟ ਯਾਨੀ ਤੰਗ, ਨਾਈਟ ਰਾਤ, ਲਾਈਟ ਉਜਾਲਾ, ਰਾਈਟ ਸੱਜਾ ਜਾਂ ਠੀਕ, ਸਾਈਟ ਤੱਕਣਾ ਦੇਖਣਾ, ਬ੍ਰਾਈਟ ਚਮਕਦਾਰ, ਫਾਈਟ ਲੜਨਾ, ਟੂਨਾਈਟ ਅੱਜ ਰਾਤ, ਫਰਾਈਟ
ਡਰ। ਓਕੇ 7th ਵੈਲਿਊ ਆਈ ਲਰਨਡ ਕਿ ਮੈਂ ਇਸ ਚੈਪਟਰ ਤੋਂ ਕੀ ਸਿੱਖਿਆ। ਰਾਈਟ ਬੈਨੀਫਿਟਸ ਆਫ ਰੀਡਿੰਗ ਬੁੱਕਸ। ਤੁਸੀਂ ਹੁਣ ਇੱਥੇ ਬੈਨੀਫਿਟਸ ਲਿਖਣੇ ਨੇ, ਕਿਤਾਬਾਂ ਪੜ੍ਹਨ ਦੇ ਲਾਭ। ਓਕੇ ਸੋ ਪਹਿਲਾ ਲਾਭ ਕੀ ਲਿਖੋਗੇ, ਨੌਲੇਜ, ਕਿ ਸਾਨੂੰ ਨੌਲੇਜ ਮਿਲਦੀ ਹੈ। ਦੂਸਰਾ ਕੌਨਫੀਡੈਂਸ, ਸਾਡੇ ਵਿੱਚ ਕੌਨਫੀਡੈਂਸ ਆਂਦਾ, ਅਸੀਂ ਜਦੋਂ ਕੋਈ ਚੀਜ਼ ਪੜ੍ਹਦੇ ਆ ਸਾਡੇ ਵਿੱਚ ਆਤਮ ਵਿਸ਼ਵਾਸ ਆਂਦਾ ਕਿ ਸਾਨੂੰ ਕਈ ਚੀਜ਼ਾਂ ਬਾਰੇ ਪਤਾ ਹੈ। ਨੈਕਸਟ ਹੈ ਗੁੱਡ ਫॉर ਬ੍ਰੇਨ, ਇੰਟੈਲੀਜੈਂਸ ਮਿਲਦੀ ਹੈ, ਸਿਆਣਪ ਮਿਲਦੀ ਹੈ, ਸਾਡੇ ਦਿਮਾਗ ਵਾਸਤੇ ਵਧੀਆ ਹੈ। ਵੋਕੈਬਲਰੀ, ਸਾਡੇ ਸ਼ਬਦ ਭੰਡਾਰ 'ਚ ਵਾਧਾ ਹੁੰਦਾ ਹੈ। ਸਾਨੂੰ ਕਈ ਵਾਰ ਕਈ ਗੱਲਾਂ ਕਹਿਣੀਆਂ ਨਹੀਂ ਆਉਂਦੀਆਂ, ਦੱਸਣੀਆਂ ਨਹੀਂ ਆਉਂਦੀਆਂ, ਸਾਨੂੰ ਪਤਾ ਨਹੀਂ ਹੁੰਦਾ ਕਿ ਇਸ ਵਾਸਤੇ ਕਿਹੜਾ ਸ਼ਬਦ ਵਰਤਣਾ ਹੈ। ਸੋ ਕਿਤਾਬਾਂ ਸਾਡੀ ਵੋਕੈਬਲਰੀ ਵਿੱਚ, ਸ਼ਬਦ ਭੰਡਾਰ ਵਿੱਚ ਵਾਧਾ ਕਰਦੀਆਂ ਹਨ। ਹੈਲਥ, ਇਹ ਸਾਨੂੰ ਹੈਲਥ ਵੀ ਦਿੰਦੀਆਂ ਹਨ, ਸਿਹਤ ਵੀ ਦਿੰਦੀਆਂ ਹਨ। ਸਾਨੂੰ ਕਿਤਾਬਾਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਕੀ ਕਰੀਏ ਜਿਹਦੇ ਨਾਲ ਸਾਡੀ ਸਿਹਤ ਬਣੇ ਤੇ ਕੀ ਨਾ ਕਰੀਏ ਜਿਹਦੇ ਨਾਲ ਸਾਡੀ ਸਿਹਤ ਵਿਗੜਦੀ ਹੈ। ਤੇ ਸਾਨੂੰ ਇਹ ਵੀ ਦੱਸਦੀ ਹੈ ਕਿ ਕਿਸ ਤਰ੍ਹਾਂ ਅਸੀਂ ਸਟ੍ਰੈਸ ਫ੍ਰੀ ਲਾਈਫ ਜੀ ਸਕਦੇ ਹਾਂ, ਤਣਾਅਪੂਰਨ ਲਾਈਫ ਤੋਂ ਮੁਕਤੀ ਪਾ ਸਕਦੇ ਹਾਂ। ਓਕੇ ਗੁੱਡ ਲਾਈਫ, ਇਹ ਸਾਡੀ ਲਾਈਫ ਨੂੰ ਵੀ ਅੱਛਾ ਕਰਦੇ ਹਨ। ਠੀਕ ਹੈ, ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ ਸਾਨੂੰ ਜੀਣਾ ਆ ਜਾਂਦਾ, ਸਾਨੂੰ ਮੁਸ਼ਕਲਾਂ ਦੇ ਨਾਲ ਲੜਨ ਦੀ ਸੇਧ ਵੀ ਮਿਲਦੀ ਹੈ ਕਿ ਕਿਸ ਕੰਡੀਸ਼ਨ ਵਿੱਚ ਸਾਨੂੰ ਕਿਸ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਹੈ। Thanks for watching this video. If you are new to this channel, kindly like, subscribe and hit the bell icon for latest updates. Thanks and enjoy.